ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਂ ਦੇ ਉੱਤੇ ਆਮੀਨ। ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਅੱਜ ਅਸੀਂ ਪਾਕ ਵੀਰਵਾਰ, ਜਿਹਨੂੰ ਇੰਗਲਿਸ਼ ਦੇ ਵਿੱਚ ਅਸੀਂ ਮੌਂਡੀ ਥਰਸਡੇ ਕਹਿੰਦੇ ਹਾਂ, ਅਸੀਂ ਅੱਜ ਉਹ ਦਿਹਾੜਾ ਮਨਾ ਰਹੇ ਹਾਂ। ਉਹ ਦਿਹਾੜਾ ਜਦੋਂ ਪ੍ਰਭੂ ਯਿਸੂ ਮਸੀਹ ਨੇ ਆਪਣੇ ਚੇਲਿਆਂ ਦੇ ਨਾਲ ਆਖਰੀ ਭੋਜ ਕੀਤਾ। ਉਹ ਦਿਹਾੜਾ ਜਦ ਪ੍ਰਭੂ ਯਿਸੂ ਮਸੀਹ ਨੇ ਪ੍ਰਭੁਤਾਈ ਦੀ ਸਥਾਪਨਾ ਕੀਤੀ। ਉਹ ਦਿਹਾੜਾ ਜਦ ਪ੍ਰਭੂ ਯਿਸੂ ਮਸੀਹ ਨੇ ਆਪਣੇ ਚੇਲਿਆਂ ਦੇ ਪੈਰ ਧੋ ਕੇ ਸਾਨੂੰ ਸੇਵਾ ਦਾ ਨਮੂਨਾ ਦਿੱਤਾ। ਅਤੇ ਉਹ ਦਿਨ ਜਦੋਂ ਅਸੀਂ ਪਾਸਕਾ ਮਨਾਉਂਦੇ ਹਾਂ, ਜਦੋਂ ਇਸਰਾਈਲੀ ਕੌਮ ਨੂੰ ਖੁਦਾ ਨੇ ਮਿਸਰੀਆਂ ਦੀ ਗੁਲਾਮੀ ਤੋਂ ਆਜ਼ਾਦ ਕਰਕੇ ਵਾਅਦਾ ਕੀਤੀ ਹੋਈ ਧਰਤੀ ਵੱਲ ਉਹਨਾਂ ਨੂੰ ਰਵਾਨਾ ਕੀਤਾ ਸੀ। ਉਸ ਦਿਨ ਦੀ ਯਾਦ ਨੂੰ ਅਸੀਂ ਅੱਜ ਮਨਾਉਂਦੇ ਹਾਂ। ਤੇ ਆਓ ਅਸੀਂ ਇਹਨਾਂ ਪਾਠਾਂ ਨੂੰ ਸੁਣੀਏ ਤੇ ਇਹਦੇ ਵਿੱਚੋਂ ਅਸੀਂ ਹੋਰ ਜ਼ਿਆਦਾ ਡੂੰਘਾਈ ਦੇ ਵਿੱਚ ਸਿੱਖਿਆ ਹਾਸਲ ਕਰਕੇ ਇਸ ਅਨੁਸਾਰ ਅਸੀਂ ਆਪਣਾ ਜੀਵਨ ਗੁਜ਼ਾਰੀਏ। ਅੱਜ ਦਾ ਪਹਿਲਾ ਪਾਠ ਕੂਚ ਦਾ ਗ੍ਰੰਥ 12ਵਾਂ ਅਧਿਆਇ 1 ਤੋਂ 8, 11 ਤੋਂ 14 ਤੱਕ। ਦੂਸਰਾ ਪਾਠ ਪਹਿਲਾ ਕੁਰਿੰਥੀਅਸ 11ਵਾਂ ਅਧਿਆਇ 23 ਤੋਂ ਲੈ ਕੇ 26 ਐਤ ਤੱਕ। ਅਤੇ ਅੱਜ ਦੀ ਅੰਜੀਲ ਯਹੋਨਾ ਦੀ 13ਵਾਂ ਅਧਿਆਇ 1 ਤੋਂ ਲੈ ਕੇ 15 ਐਤ ਤੱਕ। ਆਓ ਇਹਨਾਂ ਪਾਠਾਂ ਨੂੰ ਅਸੀਂ ਧਿਆਨ ਦੇ ਨਾਲ ਸੁਣੀਏ। ਪਾਠ ਪਹਿਲਾ ਕੂਚ ਦੇ ਗ੍ਰੰਥ ਵਿੱਚੋਂ, ਉਸ ਦਾ 12 ਬਾਬ 1 ਤੋਂ 8 ਅਤੇ 11 ਤੋਂ 14 ਐਤ ਤੱਕ। ਪ੍ਰਭੂ ਨੇ ਮੂਸਾ ਅਤੇ ਹਾਰੂਨ ਨੂੰ ਮਿਸਰ ਵਿੱਚ ਕਿਹਾ, ਇਸ ਮਹੀਨੇ ਤੋਂ ਤੁਹਾਡੇ ਸੰਮਤ ਦਾ ਸ਼ੁਰੂ ਹੋਵੇਗਾ। ਇਹ ਤੁਹਾਡੇ ਸੰਮਤ ਦੇ ਪਹਿਲੇ ਸਾਲ ਦਾ ਪਹਿਲਾ ਮਹੀਨਾ ਠਹਿਰੇਗਾ। ਤੁਸੀਂ ਆਪਣੇ ਲੋਕਾਂ ਨੂੰ ਦੱਸੋ ਕਿ ਉਹਨਾਂ ਵਿੱਚੋਂ ਹਰ ਕੋਈ ਆਪਣੇ ਆਪਣੇ ਟੱਬਰ ਪਿੱਛੇ ਇੱਕ ਇੱਕ ਲੇਲਾ ਲਵੇ। ਜੇਕਰ ਕਿਸੇ ਦੇ ਟੱਬਰ ਦੇ ਜੀ ਥੋੜ੍ਹੇ ਹੋਣ ਤਾਂ ਉਹ ਆਪਣੇ ਗੁਆਂਢੀ ਦੇ ਨਾਲ ਮਿਲ ਕੇ ਲੇਲਾ ਲਵੇ, ਜਿਸ ਦਾ ਮਾਸ ਉਹ ਟੱਬਰ ਦੇ ਜੀਆਂ ਦੀ ਗਿਣਤੀ ਅਨੁਸਾਰ ਵੰਡ ਲੈਣ। ਪਰ ਤੁਹਾਡਾ ਲੇਲਾ ਬਿਨਾਂ ਬੱਝ ਦੇ ਹੋਵੇ, ਉਸ ਦੀ ਉਮਰ ਠੀਕ 1 ਸਾਲ ਹੋਵੇ। ਤੁਸੀਂ ਭੇਡ ਜਾਂ ਬੱਕਰੀ ਦਾ ਲੇਲਾ ਲੈ ਸਕਦੇ ਹੋ। ਤੁਸੀਂ ਆਪਣਾ ਆਪਣਾ ਲੇਲਾ ਇਸ ਮਹੀਨੇ ਦੀ 14ਵੀਂ ਤਰੀਕ ਤੱਕ ਰੱਖੋ। ਫਿਰ ਜਦੋਂ ਉਸ ਦਿਨ ਇਸਰਾਏਲ ਦੀ ਸਾਰੀ ਸੰਗਤ ਇਕੱਠੀ ਹੋਵੇ ਤਾਂ ਤਰਕਾਲਾਂ ਵੇਲੇ ਆਪਣੇ ਆਪਣੇ ਲੇਲੇ ਕੱਟੋ। ਤੁਸੀਂ ਆਪਣੇ ਆਪਣੇ ਲੇਲੇ ਦੇ ਲਹੂ ਵਿੱਚੋਂ ਥੋੜ੍ਹਾ ਲੈ ਕੇ ਆਪਣੇ ਆਪਣੇ ਘਰਾਂ ਦੇ, ਜਿੱਥੇ ਤੁਸੀਂ ਬੈਠ ਕੇ ਖਾਵੋ, ਬਾਹਰਲੇ ਬੂਹਿਆਂ ਦੀਆਂ ਦੋਹਾਂ ਚੁਗਾਠਾਂ ਦੇ ਸਿਰਿਆਂ ਅਤੇ ਉੱਪਰਲੇ ਸਿਰੂਆਂ ਉੱਤੇ ਲਾ ਲਵੋ। ਤਦ ਤੁਸੀਂ ਮਾਸ ਨੂੰ ਅੱਗ ਨਾਲ ਭੁੰਨ ਕੇ ਬਿਨਾਂ ਖਮੀਰ ਦੇ ਬਣੀ ਰੋਟੀ ਨਾਲ ਅਤੇ ਕੌੜੀ ਭਾਜੀ ਨਾਲ ਖਾਣਾ। ਤੁਸੀਂ ਇਸ ਨੂੰ ਖਾਣ ਲੱਗਿਆਂ ਆਪਣੇ ਪੂਰੇ ਕੱਪੜੇ ਪਹਿਨ ਲੈਣਾ, ਪੈਰੀਂ ਜੁੱਤੀ ਪਾਉਣਾ ਅਤੇ ਹੱਥ ਵਿੱਚ ਲਾਠੀ ਰੱਖਣਾ। ਤੁਸੀਂ ਇਹ ਛੇਤੀ ਛੇਤੀ ਖਾਣਾ। ਇਹ ਪ੍ਰਭੂ ਦਾ ਪਸਾਹ ਦਾ ਤਿਉਹਾਰ ਹੈ। ਮੈਂ ਉਸ ਰਾਤ ਮਿਸਰ ਦੇ ਵਿੱਚੋਂ ਦੀ ਲੰਘਾਂਗਾ ਅਤੇ ਹਰ ਮਿਸਰੀ ਮਨੁੱਖ ਅਤੇ ਪਸ਼ੂਆਂ ਦੇ ਜੇਠਿਆਂ ਨੂੰ ਕਤਲ ਕਰਾਂਗਾ। ਮੈਂ ਇਹ ਕਰਨ ਦੁਆਰਾ ਮਿਸਰ ਦੇ ਸਭ ਦੇਵਤਿਆਂ ਦਾ ਸਿਰ ਨੀਵਾਂ ਕਰਾਂਗਾ। ਮੈਂ ਪ੍ਰਭੂ ਹਾਂ, ਪਰ ਤੁਹਾਡੇ ਬੂਹਾਂ ਦੇ ਬਾਹਰ ਲੱਗਾ ਲਹੂ ਮੇਰੇ ਲਈ ਚਿੰਨ੍ਹ ਹੋਵੇਗਾ ਕਿ ਤੁਸੀਂ ਅੰਦਰ ਹੋ। ਇਸ ਲਈ ਤੁਹਾਡਾ ਉਸ ਦਿਨ ਕੋਈ ਨੁਕਸਾਨ ਨਹੀਂ ਹੋਵੇਗਾ, ਜਦੋਂ ਮੈਂ ਮਿਸਰੀਆਂ ਨੂੰ ਸਜ਼ਾ ਦੇਵਾਂਗਾ। ਇਸ ਦਿਨ ਨੂੰ ਤੁਸੀਂ ਹਮੇਸ਼ਾ ਪੀੜ੍ਹੀਓਂ ਪੀੜ੍ਹੀ ਤਿਉਹਾਰ ਦੇ ਰੂਪ ਵਿੱਚ ਹਰ ਸਾਲ ਮਨਾਉਣਾ। ਇਹ ਪ੍ਰਭੂ ਦਾ ਤਿਉਹਾਰ ਹੋਵੇਗਾ। ਇਹ ਪ੍ਰਭੂ ਦੇ ਤੁਹਾਡੇ ਨਾਲ ਕੀਤੇ ਕੰਮ ਦੀ ਯਾਦਗਾਰੀ ਹੋਵੇਗਾ। ਇਹ ਪ੍ਰਭੂ ਦੀ ਪਾਕ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। ਪਾਠ ਦੂਸਰਾ ਕੁਰਿੰਥੀਆਂ ਦੇ ਨਾਮ ਪਹਿਲਾ ਪੱਤਰ, ਉਸ ਦਾ 11 ਬਾਬ 23 ਤੋਂ 26 ਆਇਤ ਤੱਕ। ਕਿਉਂ ਜੋ ਪ੍ਰਭੂ ਤੋਂ ਜੋ ਮੈਨੂੰ ਮਿਲਿਆ, ਮੈਂ ਵੀ ਉਹ ਉਸ ਨੂੰ ਸੌਂਪ ਦਿੱਤਾ ਕਿ ਜਿਸ ਰਾਤ ਪ੍ਰਭੂ ਯੀਸ਼ੂ ਦਾ ਵਿਸ਼ਵਾਸਘਾਤ ਕੀਤਾ ਗਿਆ, ਉਸ ਨੇ ਰੋਟੀ ਲਈ ਅਤੇ ਧੰਨਵਾਦ ਦੀ ਪ੍ਰਾਰਥਨਾ ਕਰਕੇ ਉਸ ਨੂੰ ਤੋੜਿਆ ਅਤੇ ਕਿਹਾ, ਇਹ ਮੇਰਾ ਸਰੀਰ ਹੈ ਜੋ ਤੁਹਾਡੇ ਲਈ ਹੈ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ਇਸੇ ਤਰ੍ਹਾਂ ਭੋਜਨ ਦੇ ਬਾਅਦ ਉਸਨੇ ਪਿਆਲਾ ਲਿਆ, ਇਹ ਕਹਿੰਦੇ ਹੋਏ,
ਇਹ ਪਿਆਲਾ ਮੇਰੇ ਲਹੂ ਦਾ ਨਵਾਂ ਨੇਮ ਹੈ। ਜਦੋਂ ਵੀ ਤੁਸੀਂ ਇਸ ਨੂੰ ਪੀਵੋ ਤਾਂ ਇਹ ਮੇਰੀ ਯਾਦ ਵਿੱਚ ਕਰਿਆ ਕਰੋ। ਭਾਵ ਹੈ ਕਿ ਜਦੋਂ ਵੀ ਤੁਸੀਂ ਇਹ ਰੋਟੀ ਖਾਂਦੇ ਅਤੇ ਇਹ ਪਿਆਲਾ ਪੀਂਦੇ ਹੋ ਤਾਂ ਤੁਸੀਂ ਪ੍ਰਭੂ ਦੇ ਆਉਣ ਤੱਕ ਉਸ ਦੀ ਮੌਤ ਦਾ ਐਲਾਨ ਕਰਦੇ ਹੋ। ਇਹ ਪ੍ਰਭੂ ਦੀ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਯਹੋਨਾ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ। ਪਾਸਕਾ ਤਿਉਹਾਰ ਤੋਂ ਪਹਿਲਾਂ ਯੀਸ਼ੂ ਨੇ ਇਹ ਜਾਣਦਿਆਂ ਕਿ ਇਸ ਸੰਸਾਰ ਵਿੱਚੋਂ ਵਿਦਾ ਹੋ ਕੇ ਬਾਪ ਕੋਲ ਜਾਣ ਦਾ ਉਸਦਾ ਸਮਾਂ ਆ ਗਿਆ ਹੈ, ਆਪਣੇ ਚੇਲਿਆਂ ਨੂੰ ਜੋ ਇਸ ਸੰਸਾਰ ਵਿੱਚ ਸਨ ਪਿਆਰ ਕਰਦਿਆਂ ਉਹਨਾਂ ਨੂੰ ਅੰਤ ਤੱਕ ਪਿਆਰ ਕੀਤਾ। ਸ਼ਮੌਨ ਦੇ ਪੁੱਤਰ ਯਹੂਦਾ ਇਸਕਰਿਓਤੀ ਦੇ ਮਨ ਵਿੱਚ ਸ਼ੈਤਾਨ ਪਹਿਲਾਂ ਹੀ ਯੀਸ਼ੂ ਨਾਲ ਵਿਸ਼ਵਾਸਘਾਤ ਕਰਨ ਦਾ ਵਿਚਾਰ ਪਾ ਚੁੱਕਿਆ ਸੀ। ਭੋਜਨ ਦੇ ਸਮੇਂ ਜਦ ਕਿ ਯੀਸ਼ੂ ਇਹ ਜਾਣਦੇ ਹੋਏ ਕਿ ਬਾਪ ਨੇ ਸਭ ਕੁਝ ਉਸ ਦੇ ਹੱਥਾਂ ਵਿੱਚ ਸੌਂਪ ਦਿੱਤਾ ਹੈ ਅਤੇ ਇਹ ਕਿ ਉਹ ਬਾਪ ਕੋਲੋਂ ਆਇਆ ਹੈ ਅਤੇ ਬਾਪ ਕੋਲ ਜਾ ਰਿਹਾ ਹੈ, ਉਹ ਭੋਜਨ ਤੋਂ ਉੱਠਿਆ, ਆਪਣਾ ਉੱਪਰਲਾ ਕੱਪੜਾ ਉਤਾਰ ਕੇ ਆਪਣੀ ਕਮਰ ਦੁਆਲੇ ਪਰਨਾ ਬੰਨ੍ਹਿਆ। ਫਿਰ ਉਸਨੇ ਚਿਲਮਚੀ ਵਿੱਚ ਪਾਣੀ ਭਰ ਕੇ ਆਪਣੇ ਚੇਲਿਆਂ ਦੇ ਪੈਰ ਧੋਣੇ ਸ਼ੁਰੂ ਕੀਤੇ ਅਤੇ ਆਪਣੀ ਕਮਰ ਦੁਆਲੇ ਬੰਨੇ ਪਰਨੇ ਨਾਲ ਉਹਨਾਂ ਨੂੰ ਪੂੰਝਣ ਲੱਗਾ। ਉਹ ਸ਼ਮੌਨ ਪਤਰਸ ਤੱਕ ਪਹੁੰਚਿਆ ਅਤੇ ਪਤਰਸ ਨੇ ਉਸ ਨੂੰ ਕਿਹਾ, ਪ੍ਰਭੂ ਕੀ ਤੁਸੀਂ ਮੇਰੇ ਪੈਰ ਧੋਂਦੇ ਹੋ? ਯੀਸ਼ੂ ਨੇ ਉਸ ਨੂੰ ਉੱਤਰ ਦਿੱਤਾ, ਤੁਸੀਂ ਹੁਣ ਨਹੀਂ ਸਮਝਦੇ ਕਿ ਮੈਂ ਕੀ ਕਰ ਰਿਹਾ ਹਾਂ, ਪਰ ਬਾਅਦ ਵਿੱਚ ਤੁਸੀਂ ਸਮਝੋਗੇ। ਪਤਰਸ ਨੇ ਉਸ ਨੂੰ ਕਿਹਾ, ਤੁਸੀਂ ਮੇਰੇ ਪੈਰ ਕਦੇ ਨਹੀਂ ਧੋਵੋਗੇ। ਯੀਸ਼ੂ ਨੇ ਉਸ ਨੂੰ ਉੱਤਰ ਦਿੱਤਾ, ਜੇਕਰ ਮੈਂ ਤੁਹਾਨੂੰ ਨਾ ਧੋਵਾਂ ਤਾਂ ਤੁਹਾਡਾ ਮੇਰੇ ਨਾਲ ਕੋਈ ਹਿੱਸਾ ਨਹੀਂ ਹੋਵੇਗਾ। ਸ਼ਮੌਨ ਪਤਰਸ ਨੇ ਉਸ ਨੂੰ ਕਿਹਾ, ਪ੍ਰਭੂ ਫਿਰ ਮੇਰੇ ਪੈਰ ਹੀ ਨਹੀਂ ਸਗੋਂ ਮੇਰੇ ਹੱਥ ਅਤੇ ਮੇਰਾ ਸਿਰ ਵੀ ਧੋ ਦੇਵੋ। ਯੀਸ਼ੂ ਨੇ ਉਸ ਨੂੰ ਕਿਹਾ, ਜੋ ਪਹਿਲਾਂ ਨਹਾ ਚੁੱਕਿਆ ਹੈ ਉਸ ਦੇ ਲਈ ਪੈਰਾਂ ਤੋਂ ਸਿਵਾ ਹੋਰ ਕੁਝ ਧੋਣ ਦੀ ਲੋੜ ਨਹੀਂ ਹੈ। ਉਹ ਸਾਰੇ ਦਾ ਸਾਰਾ ਸ਼ੁੱਧ ਹੈ ਅਤੇ ਤੁਸੀਂ ਸ਼ੁੱਧ ਹੋ ਪਰ ਸਾਰੇ ਦੇ ਸਾਰੇ ਨਹੀਂ, ਕਿਉਂਕਿ ਉਹ ਜਾਣਦਾ ਸੀ ਕਿ ਕੌਣ ਉਸ ਨੂੰ ਫੜਾਉਣ ਵਾਲਾ ਹੈ। ਇਸੇ ਲਈ ਉਸਨੇ ਕਿਹਾ ਸੀ, ਤੁਸੀਂ ਸਾਰੇ ਦੇ ਸਾਰੇ ਸ਼ੁੱਧ ਨਹੀਂ ਹੋ। ਜਦੋਂ ਉਸਨੇ ਉਹਨਾਂ ਦੇ ਪੈਰ ਧੋ ਲਏ ਤਾਂ ਉਹ ਆਪਣੇ ਕੱਪੜੇ ਪਹਿਨ ਕੇ ਆਪਣੀ ਥਾਂ ਉੱਤੇ ਭੋਜਨ ਦੇ ਲਈ ਬੈਠ ਗਿਆ। ਤਾਂ ਉਸਨੇ ਉਹਨਾਂ ਨੂੰ ਕਿਹਾ, ਤੁਸੀਂ ਜਾਣਦੇ ਹੋ ਕਿ ਮੈਂ ਤੁਹਾਡੇ ਨਾਲ ਕੀ ਕੀਤਾ ਹੈ। ਤੁਸੀਂ ਮੈਨੂੰ ਰੱਬੀ ਅਤੇ ਪ੍ਰਭੂ ਕਹਿੰਦੇ ਹੋ ਅਤੇ ਤੁਸੀਂ ਸਹੀ ਕਹਿੰਦੇ ਹੋ, ਕਿਉਂਕਿ ਮੈਂ ਉਹ ਹਾਂ। ਇਸ ਲਈ ਜੇਕਰ ਮੈਂ ਤੁਹਾਡਾ ਪ੍ਰਭੂ ਅਤੇ ਗੁਰੂ ਹੋ ਕੇ ਤੁਹਾਡੇ ਪੈਰ ਧੋਤੇ ਹਨ ਤਾਂ ਤੁਹਾਨੂੰ ਵੀ ਇੱਕ ਦੂਜੇ ਦੇ ਪੈਰ ਧੋਣੇ ਚਾਹੀਦੇ ਹਨ, ਕਿਉਂਕਿ ਮੈਂ ਤੁਹਾਨੂੰ ਇੱਕ ਨਮੂਨਾ ਦਿੱਤਾ ਹੈ ਤਾਂ ਕਿ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਕੀਤਾ ਹੈ ਉਸੇ ਤਰ੍ਹਾਂ ਤੁਸੀਂ ਵੀ ਇੱਕ ਦੂਜੇ ਦੇ ਨਾਲ ਕਰੋ। ਪ੍ਰਭੂ ਦੀ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਅੱਜ ਪਾਕ ਵੀਰਵਾਰ ਯਾਨੀ ਕਿ ਮੌਂਡੀ ਥਰਸਡੇ, ਪਾਕਮਾ ਕਲੀਸਿਆ ਸਾਨੂੰ ਇਹ ਬਹੁਤ ਹੀ ਪਾਵਨ ਦਿਹਾੜਾ ਦਿੰਦੀ ਹੈ ਕਿ ਅਸੀਂ ਬਹੁਤ ਸਾਰੇ ਭੇਦਾਂ ਨੂੰ ਮਨਾਈਏ, ਬਹੁਤ ਸਾਰੇ ਭੇਦਾਂ ਨੂੰ ਅਸੀਂ ਜਾਣੀਏ। ਹਾਂ ਪਿਆਰਿਓ, ਸਭ ਤੋਂ ਪਹਿਲਾਂ ਅਸੀਂ ਅੱਜ ਪਹਿਲੇ ਪਾਠ ਦੇ ਉੱਤੇ ਧਿਆਨ ਕਰਾਂਗੇ ਜੋ ਕੂਚ ਦੇ ਗ੍ਰੰਥ ਦੇ ਵਿੱਚੋਂ ਅਸੀਂ ਸੁਣਿਆ ਹੈ। ਖੁਦਾ ਨੇ ਮੂਸਾ ਨੂੰ ਅਤੇ ਹਰੂਨ ਨੂੰ ਇਹ ਹੁਕਮ ਦਿੱਤਾ ਸੀ ਕਿ ਹਰ ਪਰਿਵਾਰ ਦੇ ਵਿੱਚ ਲੇਲਾ ਵੱਢਿਆ ਜਾਵੇ, 1 ਸਾਲ ਦਾ ਲੇਲਾ, ਚਾਹੇ ਉਹ ਭੇਡ ਦਾ ਹੋਵੇ ਚਾਹੇ ਬੱਕਰੀ ਦਾ। ਹੁਣ ਉਸ ਲੇਲੇ ਦਾ ਜੋ ਖੂਨ ਹੈ ਚਗਾਠਾਂ ਦੇ ਉੱਤੇ ਲਗਾਇਆ ਜਾਵੇ ਅਤੇ ਚਗਾਠਾਂ ਦੇ ਉੱਤੇ ਲਗਾਉਣ ਦੇ ਦੁਆਰਾ ਜਿੰਨੇ ਵੀ ਇਸਰਾਈਲੀ ਪਲੋਠੇ ਸਨ ਉਹ ਸਾਰੇ ਦੇ ਸਾਰੇ ਬਚਾਏ ਗਏ। ਇਹੋ ਹੀ ਨਹੀਂ, ਖੁਦਾ ਨੇ ਮੂਸਾ ਅਤੇ ਹਰੂਨ ਦੇ ਰਾਹੀਂ ਪੂਰੀ ਇਸਰਾਈਲੀ ਕੌਮ ਨੂੰ ਫੈਰੋ ਦੀ ਗੁਲਾਮੀ ਤੋਂ ਆਜ਼ਾਦ ਕੀਤਾ ਸੀ। ਇਸੇ ਕਰਕੇ ਮੂਸਾ ਨੇ ਕੂਚ ਦੇ ਗ੍ਰੰਥ ਦੇ ਵਿੱਚ ਲਿਖਿਆ ਹੈ
ਕਿ ਇਸ ਦਿਨ ਨੂੰ ਪੀੜ੍ਹੀਓ ਪੀੜ੍ਹੀ ਤਿਉਹਾਰ ਦੇ ਵਾਂਗੂ ਮਨਾਇਆ ਜਾਵੇ, ਕਿਉਂਕਿ ਇਸ ਦਿਨ ਖੁਦਾ ਨੇ ਤੁਹਾਡੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਕੰਮ ਕੀਤਾ, ਤੁਹਾਨੂੰ ਫੈਰੋ ਦੀ ਗੁਲਾਮੀ ਤੋਂ ਆਜ਼ਾਦ ਕਰਕੇ ਬਾਹਰ ਲਿਆਂਦਾ ਸੀ। ਇਸ ਕਰਕੇ ਪਾਸਕਾ ਮਨਾਇਆ ਜਾਂਦਾ ਸੀ। ਅੱਜ ਵੀ ਪਾਸਕਾ ਮਨਾਇਆ ਜਾਂਦਾ ਹੈ, ਲੇਕਿਨ ਸਾਡਾ ਪਾਸਕਾ ਮਨਾਉਣ ਦਾ ਜੋ ਮਕਸਦ ਹੈ ਉਹ ਥੋੜਾ ਅਲੱਗ ਹੈ। ਲੇਲੇ ਦੇ ਲਹੂ ਦੇ ਨਾਲ ਇਸਰਾਇਲੀ ਕੌਮ ਦੇ ਪਲੋਠੇ ਬਚਾਏ ਗਏ। ਅੱਜ ਜੋ ਅਸੀਂ ਤਿਉਹਾਰ ਮਨਾਉਣ ਜਾ ਰਹੇ ਹਾਂ, ਇੱਥੇ ਵੀ ਇੱਕ ਲੇਲਾ ਕੁਰਬਾਨ ਹੋਣ ਵਾਲਾ ਹੈ। ਤੇ ਉਹ ਲੇਲਾ ਕੌਣ ਹੈ? ਉਹ ਲੇਲਾ ਪ੍ਰਭੂ ਯਿਸੂ ਮਸੀਹ ਆਪ ਹੈ, ਕਿਉਂਕਿ ਉਹ ਜਾਣਦਾ ਸੀ ਕਿ ਜੋ ਸਾਡੇ ਉੱਤੇ ਪਾਪ ਦਾ ਕਲੰਕ ਲੱਗਾ ਹੈ ਉਹ ਲੇਲਿਆਂ ਦੇ ਖੂਨ ਦੇ ਨਾਲ ਨਹੀਂ ਲੱਥਣਾ ਹੈ। ਲੇਲੇ ਦਾ ਖੂਨ ਕਾਫੀ ਨਹੀਂ ਹੈ। ਇਸੇ ਕਰਕੇ ਹੀ ਪ੍ਰਭੂ ਯਿਸੂ ਮਸੀਹ ਸਾਡੀ ਖਾਤਰ ਕੁਰਬਾਨ ਹੋਣ ਦੇ ਲਈ ਖੁਦ ਲੇਲਾ ਬਣ ਗਿਆ, ਖੁਦ ਕੁਰਬਾਨੀ ਬਣ ਗਿਆ, ਖੁਦ ਪੁਰੋਹਿਤ ਬਣ ਗਿਆ। ਅਤੇ ਅੱਜ ਉਹ ਪ੍ਰਭੂ ਆਪਣਾ ਆਪ ਕੁਰਬਾਨ ਕਰਦਾ ਹੈ। ਇਹੋ ਹੀ ਹੈ ਸਾਡੇ ਈਮਾਨ ਦਾ ਭੇਦ। ਅਸੀਂ ਇਹ ਜੋ ਪਾਸਕਾ ਅਸੀਂ ਮਸੀਹ ਹੋਣ ਦੇ ਨਾਤੇ ਮਨਾ ਰਹੇ ਹਾਂ, ਅਸੀਂ ਉਹ ਲੇਲੇ ਦੀ ਕੁਰਬਾਨੀ ਨੂੰ ਯਾਦ ਕਰਦੇ ਹਾਂ, ਜਿੱਥੇ ਉਸਨੇ ਆਪਣਾ ਲਹੂ ਵਹਾ ਕੇ ਸਾਨੂੰ ਨਜਾਤ ਦਿਲਾਈ ਹੈ, ਸਾਨੂੰ ਖਰੀਦ ਲਿਆ ਹੈ। ਹਾਂ ਪਿਆਰਿਓ, ਸੰਤ ਪੌਲੁਸ ਅੱਜ ਦੇ ਦੂਜੇ ਪਾਠ ਦੇ ਵਿੱਚ ਸਾਨੂੰ ਦੱਸਦਾ ਹੈ ਕਿ ਸਾਡੇ ਮਸੀਹਾਂ ਦੇ ਲਈ ਇਹੋ ਹੀ ਸਾਡੇ ਲਈ ਅਹਿਮ ਦਿਹਾੜਾ ਹੈ, ਜਦੋਂ ਪ੍ਰਭੂ ਯਿਸੂ ਮਸੀਹ ਨੇ ਆਪਣੇ ਚੇਲਿਆਂ ਦੇ ਨਾਲ ਆਖਰੀ ਭੋਜਨ ਕਰਕੇ ਮੁਕਤੀ ਦੀ ਜੋ ਉਹ ਯੋਜਨਾ ਹੈ ਉਸ ਨੂੰ ਪੂਰਾ ਕਰਨ ਦੇ ਲਈ ਅੱਜ ਦੇ ਦਿਨ ਤੋਂ ਸ਼ੁਰੂਆਤ ਕੀਤੀ। ਪਾਸਕਾ ਸਾਨੂੰ ਇੱਕ ਨਵਾਂ ਪਾਸਕਾ ਦੇ ਦਿੱਤਾ। ਹਾਂ ਪਿਆਰਿਓ, ਅੱਜ ਜਦ ਅਸੀਂ ਇਹ ਪਾਸਕਾ ਮਨਾ ਰਹੇ ਹਾਂ, ਅੱਜ ਦੇ ਅਸੀਂ ਇਹਨਾਂ ਪਾਠਾਂ ਦੇ ਵਿੱਚੋਂ ਅਸੀਂ ਹੋਰ ਬਹੁਤ ਸਾਰੇ ਪਾਠ ਹਨ, ਜੋ ਸਿੱਖਿਆਵਾਂ ਹਨ, ਉਹ ਅਸੀਂ ਅੱਜ ਸਮਝੀਏ, ਉਹ ਸਿੱਖਿਆਵਾਂ ਨੂੰ ਜਾਣੀਏ। ਅਸੀਂ ਦੇਖੋ, ਅੱਜ ਦੇ ਇਸ ਪਾਸਕਾ, ਨਵੇਂ ਪਾਸਕਾ ਦੇ ਵਿੱਚ ਪ੍ਰਭੂ ਯਿਸੂ ਸਾਨੂੰ ਨਵੀਂ ਸਿੱਖਿਆ ਦਿੰਦਾ ਹੈ। ਉਹ ਨਵੀਂ ਸਿੱਖਿਆ ਕੀ ਹੈ? ਸਭ ਤੋਂ ਪਹਿਲਾਂ ਪ੍ਰਭੂ ਯਿਸੂ ਮਸੀਹ ਨੇ ਸਾਡੇ ਨਾਲ ਸਦਾ ਤੱਕ ਰਹਿਣ ਦੇ ਲਈ ਪਾਕ ਯੂਕਰਿਸਟ ਦੀ ਸਥਾਪਨਾ ਕੀਤੀ, ਇੱਕ ਸਾਕਰਾਮੈਂਟ ਮੁਕਰਰ ਕੀਤਾ ਤਾਂ ਕਿ ਉਹ ਦੁਨੀਆ ਦੇ ਅੰਤ ਤੱਕ ਸਾਡੇ ਨਾਲ ਰਹਿ ਸਕੇ। ਕਿਉਂਕਿ ਮੱਤੀ ਦੀ ਅੰਜੀਲ ਦੇ ਵਿੱਚ ਅਸੀਂ ਪੜ੍ਹਦੇ ਹਾਂ 28 ਅਧਿਆਇ ਦੀ ਆਖਰੀ ਆਇਤ ਦੇ ਵਿੱਚ ਪ੍ਰਭੂ ਕਹਿੰਦਾ ਹੈ, ਮੈਂ ਯੁਗਾਂ ਦੇ ਅੰਤ ਤੱਕ ਤੁਹਾਡੇ ਨਾਲ ਹਾਂ। ਹੁਣ ਯੁਗਾਂ ਦੇ ਅੰਤ ਤੱਕ ਰਹਿਣ ਦੇ ਲਈ ਪ੍ਰਭੂ ਯਿਸੂ ਮਸੀਹ ਨੇ ਸਭ ਤੋਂ ਵਧੀਆ ਤਰੀਕਾ ਤੇ ਸਭ ਤੋਂ ਵਧੀਆ ਇਹ ਸਾਕਰਾਮੈਂਟ ਮੁਕਰਰ ਕੀਤਾ, ਪਾਕ ਯੂਕਰਿਸਟ ਦਾ ਸਾਕਰਾਮੈਂਟ, ਤਾਂ ਕਿ ਉਹ ਹਰ ਰੋਜ਼ ਸਾਡੇ ਇਸ ਪਾਪੀ ਜੀਵਨ ਨੂੰ, ਸਾਡੇ ਇਸ ਸਰੀਰ ਨੂੰ ਪਵਿੱਤਰ ਕਰ ਸਕੇ, ਆਪਣੇ ਬਦਨ ਦੇ ਨਾਲ ਸਾਡਾ ਪੋਸ਼ਣ ਕਰ ਸਕੇ। ਤੇ ਪਿਆਰਿਓ, ਦੂਸਰਾ ਜੋ ਕੰਮ ਉਸਨੇ ਅੱਜ ਅਹਿਮ ਕੰਮ ਜੋ ਪ੍ਰਭੂ ਨੇ ਕੀਤਾ ਸੀਗਾ, ਉਸਨੇ ਪ੍ਰੋਹਤਾਈ ਦੀ ਸਥਾਪਨਾ ਕੀਤੀ, ਪਾਕ ਯੂਕਰਿਸਟ ਦੀ ਸਥਾਪਨਾ ਕੀਤੀ। ਦੂਸਰਾ ਕੰਮ ਕੀਤਾ ਪ੍ਰਭੂ ਨੇ, ਅੱਜ ਪ੍ਰੋਹਤਾਈ ਦੀ ਸਥਾਪਨਾ ਕੀਤੀ, ਤਾਂ ਕਿ ਪ੍ਰੋਹਤਾਈ ਦੇ ਇਸ ਸਾਕਰਾਮੈਂਟ ਦੇ ਦੁਆਰਾ, ਪ੍ਰੋਹਿਤਾਂ ਦੇ ਦੁਆਰਾ ਪ੍ਰਭੂ ਦੀ ਉਹ ਜੋ ਬੇਖੂਨੀ ਕੁਰਬਾਨੀ ਹੈ ਹਰ ਰੋਜ਼ ਅਲਤਾਰ ਦੇ ਉੱਤੇ ਚੜਾਈ ਜਾ ਸਕੇ। ਇਸੇ ਕਰਕੇ ਪ੍ਰਭੂ ਨੇ ਜਦੋਂ ਕਿਹਾ ਸੀਗਾ ਕਿ ਇਹ ਜੋ ਕੁਰਬਾਨੀ ਹੈ, ਇਸ ਨੂੰ ਤੁਸੀਂ ਮੇਰੀ ਯਾਦ ਦੇ ਵਿੱਚ ਮਨਾਉਣਾ ਹੈ। ਇਸੇ ਕਰਕੇ ਅਸੀਂ ਮਨਾਉਂਦੇ ਹਾਂ। ਲਗਾਤਾਰ ਇਹ ਕੁਰਬਾਨੀ ਚੜਾਈ ਜਾਂਦੀ ਹੈ, ਲਗਾਤਾਰ ਸਾਰੇ ਅਲਤਾਰਾਂ ਦੇ ਵਿੱਚ 24 ਘੰਟੇ ਇਹ ਪਾਕ ਮਾਸ ਦੀ ਕੁਰਬਾਨੀ ਰੋਜ਼ ਚੜਾਈ ਜਾਂਦੀ ਹੈ। ਅਤੇ ਉਸ ਨੂੰ ਚੜਾਉਣ ਦੇ ਲਈ ਉਸਨੇ ਪ੍ਰੋਹਿਤਾਂ ਨੂੰ, ਪ੍ਰੋਹਤਾਈ ਨੂੰ ਮੁਕਰਰ ਕੀਤਾ ਹੈ। ਜੇਕਰ ਪ੍ਰੋਹਿਤ ਨਾ ਹੁੰਦੇ ਤਾਂ ਇਹ ਕੁਰਬਾਨੀ ਨਹੀਂ ਚੜਾਈ ਜਾਣੀ ਸੀ। ਇਸ ਕਰਕੇ ਪ੍ਰਭੂ ਨੇ ਖਾਦਮ ਚੁਣ ਲਏ, ਪ੍ਰੋਹਿਤ ਚੁਣ ਲਏ। ਇਸੇ ਕਰਕੇ ਅੱਜ ਦਾ ਜੋ ਦਿਹਾੜਾ ਹੈ, ਇਹ ਪ੍ਰੋਹਿਤਾਂ ਦਾ ਦਿਹਾੜਾ ਹੈ। ਅੱਜ ਅਸੀਂ ਆਪਣੇ ਪ੍ਰੋਹਿਤਾਂ ਦੇ ਲਈ ਦੁਆ ਕਰਨੀ ਹੈ ਕਿ ਪ੍ਰਭੂ ਉਹਨਾਂ ਨੂੰ ਹਮੇਸ਼ਾ ਪਵਿੱਤਰਤਾ ਦੇ ਵਿੱਚ ਕਾਇਮ ਰੱਖੇ, ਉਹਨਾਂ ਦੇ ਹੱਥ ਹਮੇਸ਼ਾ ਪਾਕ ਰੱਖੇ, ਕਿਉਂਕਿ ਉਹ ਕਿਸੇ ਆਮ ਸ਼ੈ ਦੇ ਨਾਲ ਡੀਲ ਨਹੀਂ ਕਰ ਰਹੇ, ਕੋਈ ਆਮ ਰੋਟੀ ਨੂੰ ਨਹੀਂ ਤੋੜਦੇ ਹਨ, ਕੋਈ ਆਮ ਕੁਰਬਾਨੀ ਨਹੀਂ ਚੜਾਉਂਦੇ ਹਨ। ਇਹ ਇੱਕ ਪ੍ਰਭੂ ਯਿਸੂ ਮਸੀਹ ਦੀ
ਉਹ ਸਲੀਬੀ ਕੁਰਬਾਨੀ ਨੂੰ ਮਨਾਉਂਦੇ ਹਨ ਜਿਸ ਦੀ ਸਥਾਪਨਾ ਪ੍ਰਭੂ ਨੇ ਆਪ ਕੀਤੀ ਹੈ। ਹਾਂ ਪਿਆਰਿਓ, ਪਹਿਲਾ ਕੰਮ ਪ੍ਰਭੂ ਨੇ ਪਾਕ ਯੂਖਰਿਸਤ ਦੀ ਸਥਾਪਨਾ ਕੀਤੀ, ਦੂਸਰਾ ਉਸਨੇ ਪ੍ਰੋਹਤਾਈ ਦੀ ਸਥਾਪਨਾ ਕੀਤੀ, ਅਤੇ ਤੀਸਰਾ ਜੋ ਕੰਮ ਪ੍ਰਭੂ ਨੇ ਅੱਜ ਆਰੰਭ ਕੀਤਾ ਹੈ ਉਹ ਹੈ ਸੇਵਾ ਦਾ, ਇੱਕ ਦਾਸ ਬਣਨ ਦਾ। ਹਰੇਕ ਪ੍ਰੋਹਿਤ ਨੇ, ਹਰੇਕ ਖਾਦਮ ਨੇ ਅਤੇ ਹਰੇਕ ਪੈਰੋਕਾਰ ਨੇ ਯਿਸੂ ਮਸੀਹ ਦੇ ਵਾਂਗ ਸੇਵਕ ਬਣਨਾ ਹੈ। ਕਿਸ ਤਰ੍ਹਾਂ ਸੇਵਕ ਬਣਨਾ ਹੈ, ਯਿਸੂ ਨੇ ਸਾਨੂੰ ਅੱਜ ਨੇਕ ਨਮੂਨਾ ਦਿੱਤਾ ਹੈ। ਗੁਰੂ ਅਤੇ ਪ੍ਰਭੂ ਹੋਣ ਦੇ ਬਾਵਜੂਦ ਵੀ ਪ੍ਰਭੂ ਯਿਸੂ ਮਸੀਹ ਉੱਠਦੇ ਹਨ ਅਤੇ ਪਾਣੀ ਲੈ ਕੇ ਆਪਣੇ ਚੇਲਿਆਂ ਦੇ ਪੈਰ ਸਾਫ਼ ਕਰਦੇ ਹਨ। ਕਦੇ ਨਹੀਂ ਵੇਖਿਆ ਸੀ, ਤੁਸੀਂ ਵੀ ਨਹੀਂ ਵੇਖਿਆ ਹੋਏਗਾ, ਕਿਉਂਕਿ ਗੁਰੂ ਆਪਣੇ ਚੇਲਿਆਂ ਦੇ ਪੈਰ ਸਾਫ਼ ਕਰਦਾ ਹੈ। ਆਮ ਕਰਕੇ ਚੇਲੇ ਗੁਰੂ ਦੇ ਪੈਰ ਧੋਂਦੇ ਹਨ, ਪਰ ਇੱਥੇ ਗੁਰੂ ਆਪਣੇ ਚੇਲਿਆਂ ਦੇ ਪੈਰ ਧੋ ਰਿਹਾ ਹੈ। ਤੇ ਪਤਰਸ ਕੋਲ ਜਦੋਂ ਪਹੁੰਚਦਾ ਹੈ ਤੇ ਪਤਰਸ ਕਹਿੰਦਾ ਹੈ, ਪ੍ਰਭੂ ਜੀ ਤੁਸੀਂ ਮੇਰੇ ਪੈਰ ਨਹੀਂ ਧੋਵੋਗੇ? ਤੇ ਪ੍ਰਭੂ ਉਸ ਨੂੰ ਇੱਕ ਗੱਲ ਕਹਿੰਦਾ ਹੈ ਕਿ ਜੇਕਰ ਮੈਂ ਤੇਰੇ ਪੈਰ ਨਹੀਂ ਧੋਂਦਾ ਤੇ ਤੇਰਾ ਮੇਰਾ ਕੋਈ ਰਿਸ਼ਤਾ ਨਹੀਂ ਹੈ, ਤੇਰਾ ਮੇਰੇ ਨਾਲ ਕੋਈ ਰਿਸ਼ਤਾ ਨਹੀਂ ਹੈ, ਵਾਸਤਾ ਨਹੀਂ ਹੈ। ਤੇ ਜੇਕਰ ਸਾਡਾ ਪ੍ਰਭੂ ਦੇ ਨਾਲ ਵਾਸਤਾ ਹੋਣਾ ਹੈ, ਜਿਸ ਤਰ੍ਹਾਂ ਉਸਨੇ ਕੀਤਾ ਅਸੀਂ ਕਰਨਾ ਹੈ, ਅਸੀਂ ਇੱਕ ਦੂਜੇ ਦੇ ਪੈਰਾਂ ਨੂੰ ਧੋਣਾ ਹੈ। ਇੱਥੇ ਇੱਕ ਦੂਜੇ ਦੇ ਪੈਰ ਨੂੰ ਧੋਣ ਤੋਂ ਭਾਵ ਹੈ ਕਿ ਅਸੀਂ ਹਲੀਮ ਬਣਨਾ ਹੈ। ਇਸ ਹੱਦ ਤੱਕ ਅਸੀਂ ਹਲੀਮ ਬਣਨਾ ਹੈ ਕਿ ਅਸੀਂ ਪੈਰ ਤੱਕ ਧੋਣੇ ਹਨ। ਪ੍ਰਭੂ ਨੇ ਉਹ ਕਰਕੇ ਦਿਖਾਇਆ ਹੈ। ਇਸੇ ਕਰਕੇ ਪ੍ਰਭੂ ਕਹਿੰਦਾ ਹੈ ਕਿ ਮੈਂ ਸੇਵਾ ਕਰਨ ਲਈ ਆਇਆ ਹਾਂ, ਕਰਾਉਣ ਲਈ ਨਹੀਂ ਆਇਆ। ਇਹੋ ਹੀ ਨਮੂਨਾ ਹੈ, ਇਹ ਪਿਆਰ ਦਾ ਨਮੂਨਾ ਹੈ। ਜਿਸ ਬੰਦੇ ਦੇ ਵਿੱਚ ਹਲੀਮੀ ਹੈ, ਪਿਆਰ ਹੈ, ਉਹੀ ਦੂਜਿਆਂ ਦੇ ਪੈਰ ਧੋ ਸਕਦਾ ਹੈ, ਨਹੀਂ ਤਾਂ ਇਹ ਕੋਈ ਐਰੇ ਗੈਰੇ ਦਾ ਕੰਮ ਨਹੀਂ ਹੈਗਾ। ਇਸ ਕਰਕੇ ਅੱਜ ਜਦ ਅਸੀਂ ਇਹ ਪਾਵਨ ਦਿਹਾੜਾ ਮਨਾ ਰਹੇ ਹਾਂ, ਅਸੀਂ ਇਹ ਜਾਣ ਲਈਏ ਕਿ ਜੋ ਖੂਨ ਪ੍ਰਭੂ ਨੇ ਸਲੀਬ ਦੇ ਉੱਤੇ ਵਹਾਇਆ ਹੈ, ਉਸ ਦੇ ਦੁਆਰਾ ਅਸੀਂ ਖਰੀਦੇ ਜਾ ਚੁੱਕੇ ਹਾਂ। ਪ੍ਰਭੂ ਨੇ ਸਾਨੂੰ ਖਰੀਦ ਲਿਆ ਹੈ। ਅਸੀਂ ਉਸ ਨੂੰ ਜਾਣੀਏ, ਉਸ ਦੀ ਉਸ ਕੁਰਬਾਨੀ ਦੇ ਅਸਲੀ ਮਹੱਤਵ ਨੂੰ ਸਮਝੀਏ, ਮਤਲਬ ਨੂੰ ਅਸੀਂ ਜਾਣੀਏ, ਤੇ ਜਿਵੇਂ ਸਾਡੇ ਪ੍ਰਭੂ ਨੇ ਕੀਤਾ ਹੈ ਅਸੀਂ ਵੀ ਕਰੀਏ। ਦਾਸ ਬਣ ਜਾਈਏ, ਪੈਰ ਧੋਈਏ, ਸੇਵਕ ਬਣ ਜਾਈਏ। ਘਰਾਂ ਦੇ ਵਿੱਚ ਅੱਜ ਹਰ ਕੋਈ ਇੱਕ ਦੂਜੇ ਦੇ ਪੈਰ ਧੋਏ। ਇਹ ਜ਼ਰੂਰੀ ਨਹੀਂ ਹੈ ਕਿ ਗਿਰਜਿਆਂ ਦੇ ਵਿੱਚ ਸਿਰਫ ਪ੍ਰੋਹਿਤ ਨੇ ਚੇਲਿਆਂ ਦੇ 12 ਜਣਿਆਂ ਦੇ ਪੈਰ ਸਾਫ਼ ਕਰਨੇ ਹਨ, ਨਹੀਂ। ਹਰ ਕੋਈ ਘਰਾਂ ਦੇ ਵਿੱਚ ਜਾ ਕੇ ਇੱਕ ਦੂਜੇ ਦੇ ਪੈਰ ਸਾਫ਼ ਕਰਕੇ ਯਿਸੂ ਦੇ ਉਸ ਨਕਸ਼ੇ ਕਦਮ ਤੇ ਚੱਲੇ, ਹਲੀਮ ਬਣੇ। ਇਹੋ ਸਿੱਖਿਆ ਹੈ। ਤੇ ਨਾਲ ਹੀ ਨਾਲ ਪਿਆਰਿਓ, ਅਸੀਂ ਅੱਜ ਇਹ ਜੋ ਸਮਾਂ ਹੈ ਪ੍ਰਭੂ ਦੇ ਨਾਲ ਗੁਜ਼ਾਰੀਏ। ਜਦੋਂ ਭੋਜ ਕਰਨ ਦੇ ਬਾਅਦ ਯਿਸੂ ਗਤਸਮਨੀ ਬਾਗ ਦੇ ਵਿੱਚ ਗਿਆ, ਪ੍ਰਾਰਥਨਾ ਕਰਨ ਦੇ ਲਈ ਚੇਲਿਆਂ ਨੂੰ ਵੀ ਕਿਹਾ ਕਿ ਪ੍ਰਾਰਥਨਾ ਕਰੋ, ਤੇ ਚੇਲੇ ਸੌਂ ਗਏ। ਤੇ ਪ੍ਰਭੂ ਨੇ ਇਹਨਾਂ ਨੂੰ ਇੱਕੋ ਸਵਾਲ ਕੀਤਾ ਕਿ ਤੁਸੀਂ ਮੇਰੇ ਨਾਲ 1 ਘੰਟਾ ਵੀ ਨਹੀਂ ਜਾਗ ਸਕਦੇ? ਅਸੀਂ ਜਾਗਣ ਦੇ ਲਈ ਕੋਸ਼ਿਸ਼ ਕਰੀਏ, ਜਾਗ ਕੇ ਤਪੱਸਿਆ ਕਰੀਏ, ਪ੍ਰਾਰਥਨਾ ਕਰੀਏ, ਯਿਸੂ ਦੇ ਇਹਨਾਂ ਆਖਰੀ ਪਲਾਂ ਦੇ ਵਿੱਚ ਉਹਦੇ ਸ਼ਰੀਕ ਬਣ ਜਾਈਏ, ਸੱਚੇ ਪੈਰੋਕਾਰ ਬਣ ਜਾਈਏ। ਅਤੇ ਅੱਜ ਅਸੀਂ ਖਾਸ ਕਰਕੇ ਜੋ ਪ੍ਰੋਹਤਾਂ ਦੇ ਲਈ ਅਸੀਂ ਪ੍ਰਾਰਥਨਾ ਕਰੀਏ ਕਿ ਪ੍ਰਭੂ ਸਾਡੇ ਪ੍ਰੋਹਤਾਂ ਨੂੰ ਹੋਰ ਜ਼ਿਆਦਾ ਬਲ ਪ੍ਰਦਾਨ ਕਰੇ, ਮਸਾ ਕਰੇ, ਅਤੇ ਨਾਲ ਹੀ ਨਾਲ ਅਸੀਂ ਪਾਕ ਯੂਕਰਿਸਤ ਦੇ ਪ੍ਰਤੀ ਆਪਣਾ ਪਿਆਰ ਵਿਖਾਈਏ। ਪਾਕ ਯੂਕਰਿਸਤ ਨੂੰ ਗ੍ਰਹਿਣ ਕਰਨ ਦੇ ਲਈ ਸਾਡੀ ਰੂਹ ਤੜਪੇ। ਅਸੀਂ ਦੌੜ ਕੇ ਪਾਕ ਮਾਸ ਦੀ ਕੁਰਬਾਨੀ ਦੇ ਵਿੱਚ ਹਿੱਸਾ ਲੈਣ ਦੇ ਲਈ, ਸ਼ਾਮਲ ਹੋਣ ਦੇ ਲਈ ਉਤਾਵਲੇ ਰਹੀਏ। ਇਹੋ ਹੀ ਹੈ ਪਿਆਰਿਓ ਅੱਜ ਦਾ ਸੰਦੇਸ਼। ਤੇ ਅਸੀਂ ਇਹਨਾਂ ਦਿਨਾਂ ਦੇ ਵਿੱਚ ਪ੍ਰਭੂ ਦੇ ਦੁੱਖਾਂ ਦੇ ਵਿੱਚ ਸ਼ਰੀਕ ਹੋਈਏ। ਖੁਦਾ ਸਾਨੂੰ ਸਾਰਿਆਂ ਨੂੰ ਬਰਕਤ ਦੇਵੇ।